ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜੋ ਸਮੇਂ-ਸਮੇਂ ਨਾਮ ਅਭਿਆਸੀ ਗੁਰਮੁਖ ਜਨਾਂ ਨੂੰ ਚਿੱਠੀਆਂ ਲਿਖੀਆਂ ਸਨ, ਉਹਨਾਂ ਦਾ ਭਾਗ ਚੌਥਾ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਬਲਿਹਾਰੀ ਕੁਦਰਤ ਵਸਿਆ, ਮਨ ਜਦ ਨਾਮ ਸਿਮਰਦਾ ਉੱਚੇ ਰੰਗ ਵਿੱਚ ਐ ਟਿਊਨ ਇੱਕ ਸੁਰ ਹੋ ਜਾਂਦਾ ਹੈ, ਤਦ ਆਪੇ ਵਿੱਚ ਟਿਕ ਜਾਈਦਾ ਹੈ। ਕਾਦਰ ਕੁਦਰਤ ਦੇ ਵਿੱਚ ਪਰਮੀਏਟਡ ਵਿਆਪਕ ਹੈ। ਬਲਿਹਾਰੀ ਕੁਦਰਤ ਵਸਿਆ, ਬਾਵਾ ਕੁਦਰਤ ਕਰੀ ਕੈ ਵਸਿਆ ਸੋਈ। ਨਾਮ ਕੁਦਰਤ ਵਸੈ ਦਾ ਸਿਮਰੀਦਾ ਹੈ। ਇਸ ਨਾਲ ਇਨ ਟਿਊਨ ਤਦ ਰੂਪ ਹੋਣ ਦੇ ਸਮੇਂ ਕੁਦਰਤ ਵੱਖਰੀ ਨਹੀਂ ਰਹਿ ਜਾਂਦੀ, ਉਸ ਪਿਆਰੇ ਦੇ ਮੇਲ ਦਾ ਰਸ ਮਾਣੀਦਾ ਹੈ। ਕੁਦਰਤ ਵਿੱਚ ਕਾਦਰ ਨਾਲ ਆ ਜਾਂਦੀ ਹੈ। ਕੁਦਰਤ ਆਪਣੀ ਨੂੰ ਆਪ ਜਾਣਦਾ ਹੈ। ਬਾਗ ਹੈ ਤੇਰੀ ਕੁਦਰਤ, ਤੂੰ ਹੈ ਜਾਣੈ ਔਰ ਨਾ ਦੂਜਾ ਜਾਣੈ। ਕਰਤਾ ਇੱਕ ਹੈ, ਕੁਦਰਤ ਅਨੇਕ ਹੈ। ਇੱਕ ਨਾਲ ਜੁੜੀਦਾ ਹੈ, ਅਨੇਕਤਾ ਜੋ ਉਸ ਤੇ ਆਸ਼ਰਿਤ ਹੈ ਵੱਖ ਨਹੀਂ ਰਹਿ ਜਾਂਦੀ। ਬੰਦਗੀ ਵਾਲੇ ਵਿੱਚ ਦਇਆ ਧਰਮ ਦੀ ਫੀਲਿੰਗਸ ਭਾਵਾਂ ਨੇ ਆਉਣਾ ਹੀ ਹੋਇਆ। ਉਹਨਾਂ ਦਾ ਕੰਮ ਹੁੰਦਾ ਹੈ ਮਨ ਨਿਰਮਲ ਕਰ ਜਾਣਾ। ਬਲਿਹਾਰੀ ਕਾਦਰ ਤੋਂ ਹੋਈਦਾ ਹੈ। ਬਾਗ ਹੈ ਬਲਿਹਾਰੀ ਕੁਦਰਤ ਵਸਿਆ। ਹੇ ਕੁਦਰਤ ਵਿੱਚ ਵਸ ਰਹੇ ਵਾਹਿਗੁਰੂ, ਤੇਥੋਂ ਬਲਿਹਾਰ ਹਾਂ। ਵਿਸ਼ਾ ਲੰਮੇਰਾ ਹੈ, ਸੰਖੇਪ ਕਰ ਸਮਝ ਲੈਣਾ। ਤੇ ਨੀਂਦ ਪੂਰੀ ਕਰਿਆ ਕਰੋ। ਸੈਰ ਜ਼ਰੂਰੀ ਕਰਨੀ ਚਾਹੀਏ। ਸਰੀਰਕ ਸਿਹਤ ਦਾ ਖਿਆਲ ਆਤਮਿਕ ਰਸ ਮਾਨਣ ਦੇ ਸਹਾਈ ਹੁੰਦਾ ਹੈ। ਹੁਕਮ ਤੇ ਕਰਮ, ਤੁਹਾਡੀ ਚਿੱਠੀ ਵਿੱਚ ਤੁਹਾਡੇ ਸਟਰਗਲ ਜੱਦੋ ਜਹਿਦ ਆਪਣੇ ਮਨ ਨੂੰ ਸਟੈਬਲਾਈਜ਼ ਰਾਸ ਕਰਨ ਦੀ ਬਾਚੀ ਹੈ। ਇਹੀ ਤਰੀਕਾ ਹੈ ਜੋ ਆਪ ਜੀ ਨੇ ਵਰਤਿਆ ਹੈ। ਪਰ ਮਨ ਟਿਕਾਊ ਖਾ ਕੇ ਚੋਬ ਜਿਹੀ ਫੀਲ ਪ੍ਰਤੀਤ ਕਰਦਾ ਰਹਿੰਦਾ ਹੈ, ਕਿਉਂਕਿ ਐਸੀਆਂ ਸੱਟਾਂ ਸਬ ਕੌਨਸ਼ੀਅਸ ਮਾਈਂਡ ਮਨ ਦੇ ਅਗਿਆਤ ਹਿੱਸੇ ਵਿੱਚ ਜਾਂਦੀਆਂ ਹਨ ਤੇ ਕੌਨਸ਼ੀਅਸ ਮਾਈਂਡ ਸਗਿਆਤ ਮਨ ਠੀਕ ਹੋ ਗਿਆ ਤਾਂ ਵੀ ਹੇਠੋਂ ਉਹ ਮਨ ਚੋਬ ਦਿੰਦਾ ਰਹਿੰਦਾ ਹੈ। ਪਰ ਸਤਸੰਗ ਕੀਰਤਨ ਬਾਣੀ ਦੇ ਪਾਠ ਵਿਚਾਰ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਜੋ ਕੁਝ ਹੁੰਦਾ ਹੈ ਉਸ ਦੇ ਹੁਕਮ ਵਿੱਚ ਹੁੰਦਾ ਹੈ। ਹੁਕਮ ਕੁਝ ਤਾਂ ਆਪਣੇ ਕਰਮਾਂ ਪਿਛਲਿਆਂ ਦੀ ਕੋਈ ਗਤੀ ਨਾਲ ਹੁੰਦਾ ਹੈ ਤੇ ਬਾਕੀ ਉਸ ਦੇ ਆਪਣੇ ਰੰਗ ਹਨ। ਇਹਨਾਂ ਦੀ ਸਾਨੂੰ ਸਮਝ ਨਹੀਂ। ਦੋਏ ਕਿਉਂਕਿ ਕੰਮ ਕਰਦੇ ਹਨ। ਗੁਰੂ ਸਾਹਿਬ ਨੇ ਇੱਕ ਮਿਸਾਲ ਨਾਲ ਦੱਸਿਆ ਹੈ। ਹੁਕਮ ਹੈ ਨੱਕ ਨੱਥ ਖਸਮ ਹੱਥ, ਤੇ ਇਹ ਕਰਮ ਹੈ ਕਿਰਤ ਧੱਕੇ ਦੇ। ਸਾਡੇ ਲਈ ਨਖੇੜ ਕੇ ਸਮਝ ਸਕਣ ਕਠਨ ਹੈ, ਇਸ ਲਈ ਹੁਕਮ ਸਮਝ ਲਿਆ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸਕਾ ਹੁਕਮ ਬੋਝ ਸੁਖ ਹੋਏ, ਇਹ ਹੁਕਮ ਬੱਝਣ ਲਈ ਤਿਸਕਾ ਨਾਮ ਰੱਖ ਕੰਠ ਪਰੋਏ। ਅਸਲ ਵਿੱਚ ਨਾਮ ਦੇ ਰਸਤੇ ਵਿੱਚ ਕਠਨਤਾ ਉਸ ਵੇਲੇ ਵਾਪਰਦੀ ਹੈ ਜਦ ਆਪਣੇ ਸੁੱਖਾਂ ਤੇ ਲੋੜਾਂ ਤੇ ਮੰਗਾਂ ਦੇ ਉਲਟ ਪਾਣਾ ਵਰਤਦਾ ਹੈ। ਤੁਸੀਂ ਮੇਰੀ ਜਾਚੇ ਭਾਗਾਂ ਵਾਲੇ ਹੋ ਜੋ ਆਪਣੀ ਸਟਰਗਲ ਜੱਦੋ ਜਹਿਦ ਨਾਲ ਸੰਭਲ ਗਏ ਹੋ, ਤੇ ਮੇਰੀ ਅਰਦਾਸ ਹੈ ਕਿ ਆਪ ਦੇ ਨਿੱਕੀ ਜਿਹੀ ਚੋਬ ਜੋ ਰਹਿ ਗਈ ਰਫਾ ਹੋ ਜਾਏ। ਜੋ ਪ੍ਰਾਪਤ ਹੈ ਇਸ ਦੇ ਸ਼ੁਕਰ ਵਿੱਚ ਆਪਣੇ ਆਪ ਨੂੰ ਰੱਖੋ। ਜੋ ਖੁੰਝ ਗਿਆ ਹੈ ਉਸ ਲਈ ਉਦਾਸੀ ਨੂੰ ਦੂਰ ਰੱਖੋ। ਜੋ ਸਿਮਰਨ ਜਾਰੀ ਰਹੇ, ਇਹ ਐਸਾ ਦਾਰੂ ਹੈ ਜੋ ਸਭ ਦੁੱਖ ਦਾਰੂ ਕਰਦਾ ਹੈ। ਐਸਾ ਦਾਰੂ ਲੋੜ ਲਹੋ ਜਿਤ ਵੰਝੈ ਰੋਗਾਂ ਕਹਣ। ਉਹ ਦਾਰੂ ਨਾਮ ਹੈ। ਨਾਮ ਸਾਡਾ ਕੌਨਸ਼ੀਅਸ ਮਾਈਂਡ ਮਨ ਦੇ ਗਿਆਤ ਹਿੱਸੇ ਵਿੱਚ ਹੁੰਦਾ ਹੈ। ਇਸ ਦੀ ਸਿੰਜਰਾਈ ਸਬ ਕੌਨਸ਼ੀਅਸ ਮਾਈਂਡ ਮਨ ਦੇ ਅਗਿਆਤ ਹਿੱਸੇ ਵਿੱਚ ਹੁੰਦੀ ਹੈ। ਸੋ ਉੱਥੇ ਵੀ ਸਹਿਜੇ ਸਹਿਜੇ ਠੰਡ ਵਰਤਾ ਦਿੰਦਾ ਹੈ। ਤੁਸੀਂ ਆਪਣਾ ਸਟਰਗਲ ਪ੍ਰਯਤਨ ਵਿੱਚ ਲੱਗੇ ਰਹੋ। ਵਾਹਿਗੁਰੂ ਮਿਹਰ ਕਰੇ ਤੇ ਅਰਦਾਸ ਸੁਣੇ। ਫਕੀਰ ਪਾਸ ਅਰਦਾਸ ਦਾ ਹੀ ਤਾਣ ਤਕੀਆ ਹੁੰਦਾ ਹੈ। ਮੇਰੀ ਤਾਂ ਇਹ ਵੀ ਅਰਦਾਸ ਹੈ ਕਿ ਗੁਰੂ ਆਪ ਜੀ ਬਰਦਾਸ਼ਤ ਨੂੰ ਸਫਲਾਵੇ ਤੇ ਆਸਾਂ ਪੂਰੀ ਕਰੇ। ਸੁਰਤ ਦਾ ਟਿਕਾਓ ਭਾਣੇ ਮੰਨਣ ਲਈ ਗੁਰੂ ਦੀ ਮਿਹਰ ਹੈ ਕਿ ਆਪ ਜੀ ਇਸ ਵੇਲੇ ਰਜਾ ਵਿੱਚ ਖੜੇ ਹੋ। ਨਾਮ ਅਭਿਆਸ ਨਾਲ ਸੁਰਤ ਪੱਕਦੀ ਹੈ। ਇਸ ਦੇ ਪਕਿਆ ਦੇ ਮੁਤਾਬਿਕ ਇਸ ਦੀ ਐਟੀਟਿਊਡ ਰੋ ਰੁਖ ਭਾਣਿਆਂ ਵੱਲ ਹੁੰਦੀ ਹੈ। ਇਹ ਐਟੀਟਿਊਡ ਕਈ ਪ੍ਰਕਾਰ ਦੀ ਹੈ, ਪਰ ਚਾਰ ਤਾਂ ਮੋਟੇ-ਮੋਟੇ ਦਰਜੇ ਇਹ ਹਨ। ਪਹਿਲਾ, ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮੁਰੀ। ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੂਜਾ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਤੀਜਾ,
मीत करै सोई हम माना, मीत के करतब कुशल समाना। एका टीक मेरा मन चीत, जिस किछ करना सो हमरा मीता। रहाओ। चौथा, सोई सियाणा सो पतबंता, हुक्म लगै जिस मीठा जियो। ਗੱਲਾਂ ਨਾਲ ਜੋ ਭਾਣੇ ਤੇ ਸ਼ਾਕਰ ਬਣਦੇ ਹਨ, ਖੇਚਲ ਵੇਲੇ ਓਕ ਤੇ ਡੋਲਣ ਤੋਂ ਨਹੀਂ ਬਚਦੇ। ਸੁਰਤ ਦੇ ਪਕਾ ਉੱਤੇ ਸੁਰਤੀ ਹਿੱਲੇ ਵੀ ਤਾਂ ਟਿਕਾਣੇ ਆ ਜਾਂਦੀ ਹੈ। ਦਸਾਂ ਗੁਰੂ ਸਾਹਿਬਾਂ ਦੀ ਲਾਈਫ ਜੀਵਨੀ ਨੇ ਇਹ ਵੀ ਟੀਚ ਕੀਤਾ, ਸਿਖਾਇਆ ਹੈ ਕਿ ਆਪਣੇ ਯਤਨ ਰਜਾ ਤੇ ਖੜੇ ਰਹਿ ਕੇ ਕਰਦੇ ਰਹਿਣਾ ਮਾੜਾ ਨਹੀਂ, ਪਰ ਸਾਈਂ ਦੇ ਨਾਲ ਸੁਰਤ ਨਾ ਵਿਛੜੇ ਤੇ ਜੇ ਕਾਮਯਾਬੀ ਨਾ ਹੋਵੇ ਤਾਂ ਭਾਣਾ ਮੰਨੇ ਤੇ ਸਮਝੇ ਕਿ ਕੁਝ ਭਲਾਈ ਹੋਸੀ ਜੋ ਸਾਡੀ ਸਮਝੋਂ ਪਰੇ ਹੈ। ਸੁੰਦਰਤਾ, ਖੁਸ਼ੀ ਹੋਈ ਕਿ ਹੁਣ ਬਲ ਹੋ ਕੇ ਤੇ ਆਪਣੀ ਅੰਦਰਲੀ ਆਤਮ ਸੁੰਦਰਤਾ ਵਿੱਚ ਸੁਖੀ ਹੋ ਰਹੇ ਹੋ। ਅੰਦਰਲੀ ਰੂਹ ਸੁੰਦਰ ਹੈ, ਉਸ ਦੀ ਗਜਾ ਖੁਰਾਕ ਅੰਦਰਲੀ ਸੁੰਦਰਤਾ ਹੈ। ਬਾਹਰਲੀ ਸੁੰਦਰਤਾ ਦਾ ਝਲਕਾ ਉਸ ਨੂੰ ਪਾਲਦਾ ਹੈ। ਸਿਮਰਨ ਸਹਿਜੇ ਦਾ ਸਿਮਰਨ ਕਰੀਦਾ ਹੈ। ਸਾਰੀ ਸੁੰਦਰਤਾ ਦੇ ਮੂਲ ਨੂੰ ਸਿਮਰੀਦਾ ਹੈ। ਉਸ ਦੀ ਸੁੰਦਰਤਾ ਅੰਦਰ ਹੈ, ਉਸ ਦੀ ਸੁੰਦਰਤਾ ਬਾਹਰ ਵਿਸ਼ਾਲ ਵਿਸ਼ਵ ਵਿੱਚ ਵਿਸ਼ਾਲ ਰੂਪ ਹੋ ਕੇ ਝਲਕਾਰੇ ਦੇ ਰਹੀ ਹੈ। ਹਾਂ, ਰਸਮਈ ਸਿਮਰਨ, ਹਜ਼ੂਰੀ ਦਾ ਸਿਮਰਨ ਸਰਬ ਸੁਖ ਦਾਤਾ ਹੈ। ਲੱਗੇ ਰਹੋ, ਗੁਰੂ ਲਾਈ ਰੱਖੇ। ਜਗਤ ਜਲੰਦੇ ਦੀ ਰੱਖਿਆ। ਦੁਨੀਆ ਦੀ ਚਾਲ ਉਹੀ ਹੈ ਜੋ ਸਾਰੇ ਜਾਨਦਾਰਾਂ ਦੀ ਹੈ, ਸਰੀਰਕ ਸੁੱਖਾਂ ਭੋਗਾਂ ਤੇ ਫਿਕਰਾਂ ਵਾਲੀ। ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪਾਸੇ ਰੁਖ ਘੱਟ ਹੈ ਤੇ ਕਿਸੇ ਕਿਸੇ ਦਾ ਹੈ ਵੀ, ਤੇ ਕਿਸੇ ਕਿਸੇ ਦਾ ਚੋਖਾ ਹੈ। ਉਹ ਮਾਨੋ ਦੁਨੀਆ ਦੇ ਨੂਰ ਹਨ। ਆਪ ਆਪਣੇ ਆਤਮਿਕ ਜੀਵਨ ਦੀ ਉੱਚਤਾ ਸੋਚਤਾ ਵੱਲ ਲੱਗੇ ਰਹੋ। ਬਾਕੀ ਜਿਤਨਾ ਬਿੱਤ ਹੋਵੇ, ਥੋੜਾ ਬਹੁਤ ਯਤਨ ਹੁੰਦਾ ਰਹੇ, ਕਿਸੇ ਨੂੰ ਲਾਭ ਪੁੱਜ ਸਕੇ, ਪਰ ਦੁਨੀਆ ਨੂੰ ਦੇਖ ਕੇ ਆਪ ਢਹਿਣਾ ਨਹੀਂ ਚਾਹੀਏ। ਆਪ ਤਾਂ ਆਪ ਨੂੰ ਉੱਚਾ ਰੱਖੋ। ਬੱਦਲ ਤਾਂ ਹੀ ਖੇਤ ਹਰੇ ਕਰ ਸਕਦਾ ਹੈ ਜੇ ਉੱਚਾ ਹੋ ਵਸੇ। ਚਸ਼ਮਿਆਂ ਦੇ ਪਾਣੀ ਵੀ ਨਿਵਾਣ ਵੱਲ ਤਾਂ ਜਾਂਦੇ ਹਨ ਜੇ ਆਪ ਉਚੇਰੇ ਥਾਂ ਤੁਰਦੇ ਹਨ। ਜਗਤ ਰੱਖਿਆ ਦਾ ਖਿਆਲ ਮਾੜਾ ਨਹੀਂ ਹੈ, ਪਰ ਜਗਤ ਜਲੰਦਾ ਦੇਖ ਕੇ ਕਰੀਦਾ ਵੀ ਕੁਛ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਪਰ ਆਪ ਉਸ ਰੱਖਣ ਵਾਲੇ ਨਾਲ ਸੁਰਤ ਜੋੜ ਕੇ ਰੱਖਣੀ ਚਾਹੀਏ। ਇਹੀ ਅਰਦਾਸ ਤੇ ਇਹੀ ਯਤਨ ਰਹੇ। ਦੁਨੀਆ ਵਿੱਚ ਪਾਪ ਪ੍ਰਦਾਨ ਦੇ ਕੇ ਨੱਠ ਜਾਣਾ ਜਾਂ ਇਕਾਤ ਭਾਲਣੀ, ਇਹ ਤਰੀਕਾ ਪੁਰਾਤਨ ਹੈ ਸੀ, ਪਰ ਗੁਰੂ ਜੀ ਨੇ ਵਿੱਚ ਰਹਿ ਕੇ ਸੁੱਚੇ ਉੱਚੇ ਰਹਿਣਾ ਤੇ ਭਲਾ ਕਰਨਾ ਸਿਖਾਇਆ ਸੀ। ਇਹ ਦੋਏ ਗੱਲਾਂ ਕਠਨ ਤਾਂ ਹਨ, ਪਰ ਕੀਮਤੀ ਸ਼ੈ ਕਠਨ ਹੀ ਹੁੰਦੀ ਹੈ। ਸੋ ਗੁਰੂ ਦੀ ਟੇਕ ਧਾਰ ਕੇ ਲੱਗੇ ਰਹਿਣ ਨਾਲ ਗੁਰੂ ਸਹਾਇਤਾ ਕਰਦਾ ਹੈ। ਪ੍ਰਯਤਨ ਮੁੱਖ ਹੈ। ਆਪ ਜੀ ਜੋ ਕੁਝ ਭਜਨ ਸਿਮਰਨ ਵਾਲੇ ਪਾਸੇ ਕਰ ਰਹੇ ਹੋ, ਇਹ ਮਿਹਰ ਹੈ। ਪ੍ਰਯਤਨ ਕੋਸ਼ਿਸ਼ ਹੀ ਮੂਲ ਵਸਤੂ ਹੈ। ਇਨਸਾਨ ਇਸੇ ਤਰ੍ਹਾਂ ਦੀਨ ਦੁਨੀ ਵਿੱਚ ਕਾਮਯਾਬ ਹੁੰਦਾ ਹੈ। ਦੁਨੀਆ ਦੇ ਹਾਲਾਤ ਤੇ ਵਾਪਰਦੇ ਮਾਮਲੇ ਹਰੇਕ ਨੂੰ ਆਪੋ ਆਪਣੀ ਥਾਵੇਂ ਉਸ ਜੀਵਨ ਵੱਲੋਂ ਡਿਸਕਰੇਜ ਕਰਕੇ ਰੋਕ ਪਾਣੇ ਵਾਲੇ ਹੁੰਦੇ ਹਨ। ਬਾਵਜੂਦ ਇਹਨਾਂ ਰੋਕਾਂ ਦੇ ਲੱਗੇ ਰਹਿਣਾ ਤੇ ਯਤਨ ਕਰਦੇ ਚੱਲਣਾ, ਇਹ ਜੀਵਨ ਹੈ। ਹੁਣ ਤਾਂ ਸਾਇੰਸ ਵਾਲੇ ਵੱਡੇ ਦਾਨੇ ਉੱਚੀ ਸੁੱਚੀ ਜ਼ਮੀਰ ਵਾਲੇ ਪਾਸੇ ਪਰਤ ਕੇ ਆਸਤਿਕ ਭਾਵਨਾ ਵੱਲ ਮੋੜੇ ਖਾ ਰਹੇ ਹਨ। ਰੱਬ ਜੀ ਦਾ ਵੀ ਇਕਰਾਰ ਕਰਨ ਲੱਗ ਪਏ ਹਨ। ਉਹ ਵੀ ਲਿਖਦੇ ਹਨ ਕਿ ਕੌਨਸ਼ੀਅਸ ਜ਼ਮੀਰ ਅਨੁਸਾਰ ਜੀਵਨ ਨੂੰ ਉੱਚਾ ਤੇ ਆਰਾਮ ਵਾਲਾ ਬਿਠਾਉਣ ਵਿੱਚ ਯਤਨ ਮੁੱਖ ਹੈ। ਸਾਡੇ ਵੱਡੇ ਤਾਂ ਕਹਿੰਦੇ ਆਏ ਹਨ, ਲੱਗਾ ਰਹੇ ਤਾਂ ਲੱਗਾ ਰਹੋ, ਹਰਦਮ ਕਦੀ ਨਾ ਡੋਲ, ਲੱਗਾ ਰਹੇ ਤਾਂ ਲਾਖ ਕਾ, ਹਟੋ ਤਾਂ ਕੰਡੀ ਮੋਲ। ਵਾਹਿਗੁਰੂ ਆਪ ਦਾ ਸਹਾਈ ਰਹੇ ਤੇ ਮੇਰੀ ਅਰਦਾਸ ਹੈ ਕਿ ਨਾਮ ਦੀ ਦਾਤ ਸਤਿਗੁਰੂ ਦੇ ਦਰੋਂ ਦੂਣ ਸਵਾਈ ਹੋ ਕੇ ਮਿਲਦੀ ਰਹੇ। ਸਾਰੇ ਫਲ ਨਾਮ ਨੂੰ ਲੱਗਦੇ ਹਨ। ਧੰਨ ਵਾਹਿਗੁਰੂ ਜੀ ਹਨ ਜੋ ਰਜੇਵਿਆਂ ਵਿੱਚ ਵੀ ਆਪਣਿਆਂ ਨੂੰ ਨਾਮ ਦੇ ਲੜ ਲਾਈ ਰੱਖਦੇ ਨੇ। ਤੂੰ ਚਿਤ ਆਵੈ ਤੇਰੀ ਮਾਇਆ, ਸਾਰੇ ਫਲ ਨਾਮ ਨੂੰ ਲੱਗਦੇ ਹਨ। ਪੁਰਾਣੇ ਸਮੇਂ ਜੋ ਕਰਦੇ ਸਨ, ਕੱਲ ਵਿੱਚ ਨਾਮ ਪ੍ਰਦਾਨ ਹੈ, ਨਾਮ ਆਦ ਹੈ, ਨਾਮ ਅੰਤ ਹੈ। ਨਾਮ ਨਾਮੀ ਵਿੱਚ ਜੋੜ ਦਿੰਦਾ ਹੈ। ਨਾਮ ਤੁਲ ਕਛ ਅਵਰ ਨਾ ਹੋਏ। ਗੁਰੂ ਅੰਗ ਸੰਗ ਰਹੇ, ਬਾਂਹ ਫੜੀ ਰੱਖੇ ਤੇ ਨਾਮ ਨਾਲ ਆਪ ਦੇ ਮਨ ਦੀ ਸੇਧ ਸਾਈਂ ਵੱਲ ਲੱਗੀ ਰਹੇ, ਪੱਕਦੀ ਰਹੇ ਤੇ ਪੱਕੀ ਹੋ ਜਾਵੇ। ਜਿਵੇਂ ਕੁਤਬ ਨੁਮਾ ਦੀ ਸੂਈ ਕਿਸੇ ਤਰ੍ਹਾਂ ਭਵਾਉ ਉਤਰ ਨੂੰ ਹੀ ਆਪਣੀ ਸੇਧ ਕਰ ਲੈਂਦੀ ਹੈ। ਨਾਮ ਰਸ ਤੇ ਆਨ ਰਸ
ਨਾਮ ਰਸ ਆਇਆ ਆਨ ਰਸਾ ਤੋਂ ਉਪਰਾਮਤਾ ਸੁਤੇ ਹੀ ਹੁੰਦੀ ਹੈ। ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ। ਫਿਰ ਦੁਨੀਆ ਛੱਡ ਜਾਣ ਨੂੰ ਵੀ ਜੀ ਕਰ ਆਉਂਦਾ ਹੈ, ਪਰ ਹੁਕਮ ਹੈ ਵਿੱਚੇ ਗ੍ਰਹਿ ਸਾਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਇਹ ਵੀ ਫਰਮਾਇਆ ਹੈ ਛੋੜ ਬਹਿ ਤੋਂ ਛੂਟੈ ਨਾਹੀ, ਜਿਉ ਜੋ ਸਿੰਚੈ ਤੋ ਭਉ ਮਨ ਮਾਹੀ। ऐसी मैं जिसकी पत राखै तिस साधु चाउर ढालीऐ। सफलता दी खुशी। आप जी का जन्म दिन उस दिन 21 जनवरी सी। बाच की खुशी हुई, पर छिन जद सफलता वल रुख करती है तो नाम हर छिन नूं परो के लंघदा है। ये खुशी जन्मदिन वर्गी है क्योंकि सफलता दी खुशी है। सो इतनियां बेनतियां प्रवान जी। बाकी चिट्ठियां भाई साहब भाई वीर सिंह जी दियां अगली वीडियोस दे विच आप संगतां दे नाल साझीआं कीतीआं जाणगीआं जी। वाहिगुरू जी का खालसा वाहिगुरू जी की फतेह।